ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਪਰਮ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਆਪ ਜੀ ਨੇ ਗੁਰਬਾਣੀ ਕੀਰਤਨ ਸਰਵਨ ਕੀਤਾ ਹੈ। ਆਓ ਆਪਣੀਆਂ ਮਨੋਬਿਰਤੀਆਂ ਗੁਰ ਇਤਿਹਾਸ ਨਾਲ ਜੋੜੀਏ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਇਹ ਹਫ਼ਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ, ਪਰਿਵਾਰ ਵਿਛੋੜਾ ਹੋਣਾ, ਚਮਕੌਰ ਸਾਹਿਬ ਵਿੱਚ ਧਰਮ ਯੁੱਧ ਹੋਣਾ, ਜਿਸ ਵਿੱਚ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਪੰਜਾਂ ਪਿਆਰਿਆਂ ਵਿੱਚੋਂ 3 ਪਿਆਰੇ ਅਤੇ ਕੁੱਲ ਮਿਲਾ ਕੇ ਤਕਰੀਬਨ 36-37 ਸਿੰਘਾਂ ਦੀ ਸ਼ਹੀਦੀ। ਦੂਜੇ ਪਾਸੇ ਫਤਿਹਗੜ੍ਹ ਸਾਹਿਬ ਜੀ ਦਾ ਸਾਕਾ, ਜਿਸ ਵਿੱਚ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀਆਂ ਸ਼ਹਾਦਤਾਂ, ਇਹ ਉਹਨਾਂ ਮਹਾਨ ਸ਼ਹੀਦਾਂ ਨੂੰ ਇਹ ਪੂਰਾ ਹਫ਼ਤਾ ਸਮਰਪਿਤ ਹੈ। ਉਹਨਾਂ ਦੀ ਯਾਦ ਵਿੱਚ ਜੁੜਦਿਆਂ ਆਪਾਂ ਸ਼ੁੱਕਰਵਾਰ ਵਾਲੇ ਦਿਨ ਮਾਤਾ ਗੁਜਰ ਕੌਰ ਜੀ ਦੇ ਜੀਵਨ ਇਤਿਹਾਸ 'ਤੇ ਸੰਖੇਪ ਜਿਹੀ ਝਾਤੀ ਮਾਰੀ ਸੀ। ਉੱਥੋਂ ਹੀ ਅੱਜ ਆਪਾਂ ਅਗਲਾ ਇਤਿਹਾਸ ਪ੍ਰਾਰੰਭ ਕਰਦੇ ਹਾਂ, ਪਰ ਸੰਖੇਪ ਜਿਹਾ ਇੱਕ ਵਾਰੀ ਫਿਰ ਅਸੀਂ ਲੜੀ ਜੋੜਨ ਵਾਸਤੇ ਸਮਝ ਲਈਏ। ਮਾਤਾ ਗੁਜਰ ਕੌਰ ਜੀ ਦਾ ਛੋਟੀ ਉਮਰ ਵਿੱਚ, ਯਾਨੀ 10-11 ਸਾਲ ਦੀ ਉਮਰ ਵਿੱਚ ਆਨੰਦ ਕਾਰਜ ਹੋਇਆ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਵਿਆਹ ਹੋਣ ਤੋਂ ਕੁਝ ਦਿਨ ਬਾਅਦ, ਜਦੋਂ ਅਜੇ ਉਹ ਕਰਤਾਰਪੁਰ ਵਿੱਚ ਹੀ ਸਨ, ਉੱਥੇ ਇੱਕ ਲੜਾਈ ਹੋਈ, ਜਿਸ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਤੇਗ ਬਹਾਦਰ ਜੀ ਨੇ ਹਿੱਸਾ ਲਿਆ। ਉਹ ਲੜਾਈ ਮਾਤਾ ਗੁਜਰੀ ਜੀ ਨੇ ਕੋਠੇ ਦੀ ਛੱਤ 'ਤੇ ਖਲੋ ਕੇ ਵੇਖੀ ਸੀ। ਆਪਣੇ ਪਤੀ ਦੇਵ ਨੂੰ ਉਸ ਮੈਦਾਨ ਵਿੱਚ ਜੂਝਦਿਆਂ ਵੇਖਿਆ ਸੀ ਤੇ ਉਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੰਗ ਦੀ ਸਮਾਪਤੀ ਤੋਂ ਬਾਅਦ ਤੇਗ ਬਹਾਦਰ ਦਾ ਰੁਤਬਾ ਜਾਂ ਖਿਤਾਬ ਦਿੱਤਾ ਸੀ। ਕੁਝ ਸਮਾਂ ਉੱਥੇ ਰਹਿ ਕੇ ਇਹ ਪਰਿਵਾਰ ਅੰਮ੍ਰਿਤਸਰ ਸਾਹਿਬ ਚਲਾ ਗਿਆ। ਮਾਤਾ ਜੀ ਨੇ ਬਹੁਤ ਸੇਵਾ ਸਾਰੇ ਪਰਿਵਾਰ ਦੀ ਤੇ ਗੁਰੂ ਘਰ ਦੀ ਕੀਤੀ, ਨਾਲ ਸਿਮਰਨ ਕੀਤਾ, ਬਾਣੀ ਦਾ ਅਭਿਆਸ ਕੀਤਾ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਜਦੋਂ ਨਿਵਾਸ ਉਹਨਾਂ ਨੇ ਰੱਖਿਆ, ਮਾਤਾ ਨਾਨਕੀ ਜੀ ਤੇਗ ਬਹਾਦਰ ਸਾਹਿਬ ਤੇ ਗੁਜਰੀ ਜੀ ਨੂੰ ਉਹਨਾਂ ਨੇ ਬਾਬੇ ਬਕਾਲੇ ਰਹਿਣ ਵਾਸਤੇ ਆਦੇਸ਼ ਕੀਤਾ। ਉੱਥੇ ਤਕਰੀਬਨ 20-22 ਸਾਲ ਇਸ ਪਰਿਵਾਰ ਨੇ ਬਿਤਾਏ, ਪਰ ਉਹ ਜਿਹੜਾ ਸਮਾਂ ਹੈ ਉਹ ਕੇਵਲ ਤੇ ਕੇਵਲ ਭਗਤੀ ਤੇ ਸਿਮਰਨ, ਗੁਰਬਾਣੀ ਦੇ ਅਭਿਆਸ ਦਾ ਸਮਾਂ ਹੈ।
ਭਾਵੇਂ ਤੇਗ ਬਹਾਦਰ ਸਾਹਿਬ ਜੀ ਥੋੜ੍ਹਾ ਬਹੁਤਾ ਸਮਾਂ ਬਾਹਰ ਵੀ ਵਿਚਰੇ ਉਹਨਾਂ ਦਿਨਾਂ ਵਿੱਚ, ਪਰ ਜ਼ਿਆਦਾਤਰ ਬਕਾਲੇ ਵਿੱਚ ਰਹਿ ਕੇ ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਆਪਣੀ ਸੁਰਤ ਨੂੰ ਜੋੜਿਆ। ਮਾਤਾ ਜੀ ਨੇ ਉਸ ਸਮੇਂ ਆਪਣੇ ਪਤੀ ਦੇਵ ਤੇ ਮਾਤਾ ਨਾਨਕੀ ਜੀ ਦੀ ਬਹੁਤ ਸੇਵਾ ਕੀਤੀ, ਸਿਮਰਨ ਅਤੇ ਗੁਰਬਾਣੀ ਦਾ ਅਭਿਆਸ ਕੀਤਾ। ਉਸ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਕਾਲੇ ਵਿੱਚ ਹੀ ਗੁਰੂ ਰੂਪ ਵਿੱਚ ਪ੍ਰਗਟ ਹੋਏ ਤੇ ਫਿਰ ਆਪ ਜੀ ਮਾਖੋਵਾਲ ਚਲੇ ਗਏ, ਜਿਸ ਨੂੰ ਅੱਜ ਕੱਲ੍ਹ ਆਪਾਂ ਆਨੰਦਪੁਰ ਸਾਹਿਬ ਆਖਦੇ ਹਾਂ। ਇੱਥੋਂ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪੂਰਬ ਦਾ ਦੌਰਾ ਕੀਤਾ ਤੇ ਜਦੋਂ ਪਟਨੇ ਸਾਹਿਬ ਚਲੇ ਗਏ ਸਨ, ਮਾਤਾ ਜੀ ਤੇ ਪਰਿਵਾਰ ਨੂੰ ਉੱਥੇ ਛੱਡ ਕੇ ਆਪ ਗੁਰੂ ਜੀ ਅਸਾਮ ਵੱਲ ਚਲੇ ਗਏ ਸਨ। ਇਸ ਜਗ੍ਹਾ ਤੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਜਾਂ ਜਨਮ ਹੋਇਆ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜਨਮ ਹੋਇਆ, ਉਦੋਂ ਮਾਤਾ ਜੀ ਦੇ ਵਿਆਹ ਹੋਏ ਨੂੰ ਤਕਰੀਬਨ 30-32 ਸਾਲ ਬੀਤ ਚੁੱਕੇ ਸਨ। 30-32 ਸਾਲਾਂ ਬਾਅਦ ਸਾਹਿਬਜ਼ਾਦੇ ਦਾ ਮੁੱਖ ਵੇਖਿਆ, ਪਰ ਉਦੋਂ ਪਤੀ ਦੇਵ ਕੋਲ ਨਹੀਂ ਹਨ। ਲੰਮੇ ਸਮੇਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਾਪਸ ਆਏ, ਪਟਨੇ ਪਰਿਵਾਰ ਨੂੰ ਮਿਲ ਕੇ ਛੇਤੀ ਨਾਲ ਪੰਜਾਬ ਆ ਗਏ। ਆਨੰਦਪੁਰ ਵਸਾ ਕੇ ਤੇ ਸੁਨੇਹਾ ਭੇਜਿਆ ਪਰਿਵਾਰ ਨੂੰ ਕਿ ਤੁਸੀਂ ਆਨੰਦਪੁਰ ਸਾਹਿਬ ਆ ਜਾਓ। ਸਮਾਂ ਪਾ ਕੇ ਇਹ ਪਰਿਵਾਰ ਆਨੰਦਪੁਰ ਸਾਹਿਬ ਪਹੁੰਚਿਆ। ਥੋੜ੍ਹੇ ਹੀ ਦਿਨ ਬੀਤੇ ਸਨ ਅਜੇ ਤੇ ਕਸ਼ਮੀਰੀ ਪੰਡਿਤ ਆ ਗਏ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਉਹਨਾਂ ਦੀ ਨਿਮਾਣਿਆਂ ਤੇ ਨਿਤਾਣਿਆਂ ਦੀ ਬਾਂਹ ਫੜੀ, ਉਹਨਾਂ ਦੇ ਧਰਮ ਨੂੰ ਬਚਾਉਣ ਲਈ, ਧਰਮ ਦੀ ਰਾਖੀ ਕਰਨ ਲਈ। ਉਸ ਵਕਤ ਪਤੀ ਦੇਵ ਨੂੰ, ਪਤੀ ਸਤਿਗੁਰੂ ਨੂੰ ਗੁਜਰ ਕੌਰ ਜੀ ਨੇ ਆਪਣੇ ਹੱਥੀਂ ਸ਼ਹੀਦ ਹੋਣ ਲਈ ਦਿੱਲੀ ਨੂੰ ਰਵਾਨਾ ਕੀਤਾ। ਕੁਝ ਦਿਨਾਂ ਬਾਅਦ ਦਿੱਲੀ ਤੋਂ ਸਤਿਗੁਰੂ ਜੀ ਦਾ ਸੀਸ ਲੈ ਕੇ ਭਾਈ ਜੈਤਾ ਜੀ ਆਨੰਦਪੁਰ ਸਾਹਿਬ ਪਹੁੰਚੇ। ਅੱਗੋਂ ਪਹੁੰਚ ਕੇ ਕੀਰਤਪੁਰ ਵਾਲੀ ਜਗ੍ਹਾ ਤੇ ਮਾਤਾ ਜੀ ਨੇ ਆਪਣੇ ਪਤੀ ਦੇਵ ਦਾ ਸੀਸ ਆਪਣੇ ਹੱਥਾਂ ਵਿੱਚ ਲਿਆ ਤੇ ਉਸ ਵਕਤ ਇੱਕ ਅਰਦਾਸ ਕੀਤੀ। ਬਚਨ ਨੇ ਆਖੇ, ਤੁਹਾਡੀ ਨਿਭ ਗਈ ਮੇਰੀ ਨਿਭ ਜਾਏ। ਮਾਤਾ ਜੀ ਦਾ ਕਿੰਨਾ ਹੌਸਲਾ, ਕਿੰਨਾ ਜਿਗਰਾ ਅਸੀਂ ਬਿਆਨ ਨਹੀਂ ਕਰ ਸਕਦੇ। ਆਪਣੇ ਹੱਥੀਂ ਪਤੀ ਦੇਵ ਨੂੰ ਸ਼ਹੀਦ ਹੋਣ ਲਈ ਤੋਰਨਾ ਅਤੇ ਉਹਨਾਂ ਦਾ ਸ਼ਹੀਦ ਹੋਇਆ ਸੀਸ ਹੱਥਾਂ ਵਿੱਚ ਲੈ ਕੇ ਸਿਦਕ ਤੋਂ ਨਾ ਡੋਲਣਾ, ਰੋਣਾ ਕੁਰਲਾਣਾ ਨਾ, ਸਗੋਂ ਪਰਮਾਤਮਾ ਦੀ ਰਜ਼ਾ ਨੂੰ, ਉਸ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਤੇ ਅਰਦਾਸ ਕਰਨੀ ਜਾਂ ਸੰਕਲਪ ਲੈਣਾ ਕਿ ਮੇਰੀ ਜ਼ਿੰਦਗੀ ਵੀ ਕੇਸਾਂ ਸੁਆਸਾਂ ਨਾਲ ਨਿਭ ਜਾਏ। ਆਪਣੇ ਹੱਥੀਂ ਪਤੀ ਸਤਿਗੁਰੂ ਜੀ ਦੇ ਸੀਸ ਦਾ ਸੰਸਕਾਰ ਕੀਤਾ। ਫਿਰ ਥੋੜ੍ਹਾ ਸਮਾਂ ਜਿੰਨਾ ਚਿਰ ਵੀ ਆਨੰਦਪੁਰ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਰਹੇ, ਉਹਨਾਂ ਦੇ ਨਾਲ ਉਹਨਾਂ ਦਾ ਬਹੁਤ ਸਹਿਯੋਗ ਤੇ ਸਾਥ ਦਿੱਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਹਰ ਕਰਮ ਤੋਂ ਪਹਿਲਾਂ, ਹਰ ਕੰਮ ਤੋਂ ਪਹਿਲਾਂ ਮਾਤਾ ਜੀ ਤੋਂ ਸਲਾਹ ਲਿਆ ਕਰਦੇ ਤੇ ਮਾਤਾ ਜੀ ਬੜੇ ਸਹਿਯੋਗ ਸਲਾਹ ਉਹਨਾਂ ਨੂੰ ਦਿਆ ਕਰਦੇ। ਇਸ ਤਰ੍ਹਾਂ ਸਮਾਂ ਬੀਤਿਆ। ਮਾਤਾ ਜੀ ਨੇ ਮਸੰਦਾਂ ਦੇ ਕਾਰਨਾਮੇ ਵੇਖ ਕੇ ਇੱਕ ਆਪਣੇ ਨਾਂ ਹੇਠਾਂ ਹੁਕਮਨਾਮਾ ਵੀ ਜਾਰੀ ਕੀਤਾ। ਉਹ ਹੁਕਮਨਾਮਾ ਸਿੱਖ ਸੰਗਤਾਂ ਤੱਕ ਪਹੁੰਚਾਇਆ ਕਿ ਮਸੰਦਾਂ ਦਾ ਧਿਆਨ ਰੱਖਿਆ ਜਾਏ, ਕਿਉਂਕਿ ਇਹ ਆਪਣੇ ਕਿਰਦਾਰ ਤੋਂ
ਆਪਣੇ ਆਚਾਰ ਤੋਂ ਤੇ ਆਪਣੇ ਵਿਵਹਾਰ ਤੋਂ ਡਿੱਗ ਚੁੱਕੇ ਹਨ। ਇਹ ਹੁਕਮਨਾਮਾ ਮਾਤਾ ਜੀ ਨੇ ਜਾਰੀ ਕੀਤਾ। ਆਨੰਦਪੁਰ ਸਾਹਿਬ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਖੰਡੇ ਬਾਟੇ ਦੀ ਪਹੁਲ ਤਿਆਰ ਕੀਤੀ, ਉਸ ਤੋਂ ਪਹਿਲਾਂ 5 ਸਿੰਘਾਂ ਦੇ ਸੀਸ ਲਏ ਜਾਂ ਉਹਨਾਂ ਦੀ ਮੰਗ ਕੀਤੀ। ਭਾਈ ਦਇਆ ਰਾਮ ਜੀ, ਭਾਈ ਧਰਮ ਚੰਦ ਜੀ ਉੱਠੇ, ਉਹਨਾਂ ਨੇ ਸੀਸ ਦਿੱਤੇ ਤੇ ਕੁਝ ਸਿੱਖ ਮਾਤਾ ਗੁਜਰ ਕੌਰ ਜੀ ਦੇ ਕੋਲ ਚਲੇ ਗਏ। ਮਾਤਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਇੱਕ ਅਜਿਹਾ ਕਾਰਨਾਮਾ ਕਰ ਰਹੇ ਨੇ ਜਿਹੜਾ ਪਹਿਲੇ ਕਿਸੇ ਵੀ ਗੁਰੂ ਨੇ ਨਹੀਂ ਕੀਤਾ। ਕਿਸੇ ਗੁਰੂ ਨੇ ਕਿਸੇ ਸਿੱਖ ਦਾ ਸੀਸ ਆਪਣੇ ਹੱਥੀਂ ਨਹੀਂ ਵੱਢਿਆ, ਪਰ ਇਹ ਤੰਬੂ ਵਿੱਚ ਲੈ ਜਾਂਦੇ ਨੇ ਸਿੱਖ ਨੂੰ ਫੜ ਕੇ, ਤੇ ਜਦੋਂ ਬਾਹਰ ਆਉਂਦੇ ਨੇ ਉਹਨਾਂ ਦੀ ਕਿਰਪਾਨ ਲਹੂ ਨਾਲ ਭਿੱਜੀ ਹੁੰਦੀ ਏ। ਤੁਸੀਂ ਚੱਲ ਕੇ ਉਹਨਾਂ ਨੂੰ ਸਮਝਾਓ, ਜੇ ਇਸ ਤਰ੍ਹਾਂ ਹੀ ਉਹ ਕਾਰਾ ਕਰਦੇ ਰਹੇ ਤੇ ਸਿੱਖੀ ਖਤਰੇ ਵਿੱਚ ਹੈ, ਸਿੱਖ ਲੋਕ ਉੱਠ ਕੇ ਚਲੇ ਜਾਣਗੇ। ਮਾਤਾ ਜੀ ਨੇ ਉਹਨਾਂ ਲੋਕਾਂ ਨੂੰ ਆਖਿਆ, ਤੁਸੀਂ ਆਪਣੇ ਸਿਦਕ ਤੇ ਕਾਇਮ ਰਹੋ, ਜੋ ਗੁਰੂ ਕਰਦਾ ਹੈ ਉਹ ਠੀਕ ਹੁੰਦਾ ਹੈ। ਗੁਰੂ ਭੁੱਲਣ ਅੰਦਰ ਸਭ ਕੋ ਆ, ਭੁੱਲ ਗੁਰੂ ਕਰਤਾਰ ਹੈ। ਤੁਸੀਂ ਉਹਨਾਂ ਉੱਤੇ ਕਿੰਤੂ ਨਾ ਕਰੋ, ਸਗੋਂ ਉਹਨਾਂ ਦਾ ਬਚਨ ਮੰਨ ਕੇ ਜੋ ਉਹ ਕਹਿੰਦੇ ਨੇ, ਜੋ ਉਹ ਫਰਮਾਉਂਦੇ ਨੇ, ਉਸ ਤੇ ਅਮਲ ਕਰੋ। ਸੋ ਆਨੰਦਪੁਰ ਸਾਹਿਬ ਵਿੱਚ ਰਹਿੰਦਿਆਂ ਮਾਤਾ ਜੀ ਨੇ ਗੁਰੂ ਸਾਹਿਬ ਦਾ ਤੇ ਸਿੱਖ ਸੰਗਤਾਂ ਦਾ ਬੜਾ ਸਾਥ ਦਿੱਤਾ ਅਤੇ ਯੋਗ ਅਗਵਾਈ ਵੀ ਕੀਤੀ। ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਗਿਆ। ਪਰਿਵਾਰ, ਜਿੱਥੇ ਅੱਜ ਕੱਲ੍ਹ ਪਰਿਵਾਰ ਵਿਛੋੜਾ ਗੁਰਦੁਆਰਾ ਬਣਿਆ ਹੋਇਆ ਹੈ, ਉਸ ਜਗ੍ਹਾ ਤੇ ਪਹੁੰਚਿਆ। ਸਰਸਾ ਨਦੀ ਭਰ ਕੇ ਵਗ ਰਹੀ ਸੀ, ਠੰਡ ਦਾ ਸਮਾਂ ਸੀ, ਤੇ ਇੱਥੇ ਆ ਕੇ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ। ਪਾਣੀ ਦੇ ਤੇਜ਼ ਵੇਗ ਦੇ ਕਾਰਨ ਵੀ ਇਤਿਹਾਸਕਾਰ ਲਿਖਦੇ ਨੇ ਕਿ ਇਹ ਜਥਾ ਅਲੱਗ-ਅਲੱਗ ਹੋ ਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਨਾਲ 2 ਵੱਡੇ ਸਾਹਿਬਜ਼ਾਦੇ ਤੇ ਬਾਕੀ ਦੇ ਸਿੱਖ ਉਹ ਰੋਪੜ ਤੋਂ ਹੁੰਦੇ ਹੋਏ ਚਮਕੌਰ ਸਾਹਿਬ ਨੂੰ ਚਲੇ ਗਏ। ਗੁਰੂ ਕੇ ਮਹਿਲ ਭਾਈ ਮਣੀ ਸਿੰਘ ਜੀ ਅਤੇ 1-2 ਸਿੱਖ ਹੋਰ ਨਾਲ ਉਹ ਹਰਿਦੁਆਰ ਵਾਲੇ ਪਾਸੇ ਨੂੰ ਚਲੇ ਗਏ ਤੇ ਅੱਗੋਂ ਦਿੱਲੀ ਪਹੁੰਚ ਗਏ। ਬਜ਼ੁਰਗ ਮਾਤਾ ਗੁਜਰ ਕੌਰ ਜੀ, ਜਿਨ੍ਹਾਂ ਦੀ ਉਮਰ ਉਦੋਂ ਤਕਰੀਬਨ 80 ਸਾਲਾਂ ਤੋਂ ਉੱਤੇ ਹੈ, ਆਪਣੇ ਛੋਟੇ ਬੱਚੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨਾਲ ਨੇ, ਉਹ ਇੱਕ ਤੀਜੇ ਪਾਸੇ ਨੂੰ ਨਿਕਲ ਗਏ। ਇਸ ਤਰ੍ਹਾਂ ਇਹ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ। ਸੋ ਆਪਾਂ ਮਾਤਾ ਗੁਜਰ ਕੌਰ ਜੀ ਦੇ ਜੀਵਨ ਤੇ ਇਤਿਹਾਸ ਤੇ ਝਾਤੀ ਮਾਰੀ ਕਿ ਉਹ ਕਿੰਨੇ ਸਾਹਸੀ ਸਨ, ਉਹ ਕਿੰਨੇ ਹਿੰਮਤੀ ਸਨ, ਤੇ ਉਹ ਕਿੰਨੇ ਪਰਮਾਤਮਾ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਵਾਲੇ ਸਨ, ਕਦੇ ਨਾ ਡੋਲਣ ਵਾਲੇ ਸਨ। ਕਿੰਨੀਆਂ ਮੁਸੀਬਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਵੇਖੀਆਂ, ਬਸ ਕਹਿਣ ਦੀ ਕੋਈ ਗੱਲ ਬਾਕੀ ਨਜ਼ਰ ਨਹੀਂ ਆਉਂਦੀ। ਸਾਰਾ ਜੀਵਨ ਉਹਨਾਂ ਦਾ ਇਸੇ ਹੀ ਜੱਦੋ-ਜਹਿਦ ਵਿੱਚ ਬੀਤਿਆ। ਫਿਰ ਜਦੋਂ ਮਾਤਾ ਜੀ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਵਿਛੜ ਕੇ ਪਰਿਵਾਰ ਨਾਲੋਂ ਸਹੇੜੀ, ਅੱਜ ਕੱਲ੍ਹ ਉਸ ਨੂੰ ਖੇੜੀ ਆਖਦੇ ਨੇ, ਗੰਗੂ ਦੇ ਨਾਲ ਉਹਨਾਂ ਦੇ ਘਰ ਪਹੁੰਚੇ। ਇੱਥੋਂ ਆਪਾਂ ਫਿਰ ਦੁਬਾਰਾ ਸ਼ੁਰੂ ਕਰਦੇ ਹਾਂ। ਪਹਿਲਾਂ ਹੁਣ ਅਸੀਂ ਥੋੜ੍ਹਾ ਜਿਹਾ ਝਾਤੀ ਮਾਰੀਏ ਚਮਕੌਰ ਸਾਹਿਬ ਵਾਲੇ ਪਾਸੇ, ਕਿਉਂਕਿ ਉਹ ਸ਼ਹਾਦਤਾਂ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਤੋਂ ਪਹਿਲਾਂ ਹੋਈਆਂ ਨੇ। ਇਤਿਹਾਸਕਾਰ ਲਿਖਦੇ ਨੇ 19 ਦਸੰਬਰ 1704 ਨੂੰ ਸਤਿਗੁਰੂ ਜੀ ਨੇ ਆਨੰਦਪੁਰ ਦਾ ਕਿਲ੍ਹਾ ਛੱਡਿਆ। ਇੱਕ ਰਾਤ ਉਹਨਾਂ ਨੇ 20 ਦਸੰਬਰ ਦੀ ਰੋਪੜ ਵਿੱਚ ਬਿਤਾਈ
21 ਦਸੰਬਰ ਦੀ ਰਾਤ ਨੂੰ ਉਹ ਚਮਕੌਰ ਸਾਹਿਬ ਪਹੁੰਚੇ ਤੇ 22 ਦਸੰਬਰ ਦੀ ਸਵੇਰ ਨੂੰ ਇਹ ਵਿਸ਼ਵ ਦਾ ਅਨੋਖਾ ਧਰਮ ਯੁੱਧ ਪ੍ਰਾਰੰਭ ਹੋਇਆ। ਇਸ ਨੂੰ ਇਤਿਹਾਸਕਾਰ ਅਨੋਖਾ ਯੁੱਧ ਇਸ ਕਰਕੇ ਆਖਦੇ ਨੇ, ਇੱਕ ਪਾਸੇ 10 ਲੱਖ ਦੀ ਗਿਣਤੀ ਤੋਂ ਵਧੇਰੇ ਫੌਜ ਤੇ ਉਹਨਾਂ ਦੇ ਨਾਲ ਬਹੁਤ ਸਾਰਾ ਮੁਲਖਈਆ ਲੁਟੇਰੇ ਇਕੱਠੇ ਹੋਏ ਨੇ, ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਉਹਨਾਂ ਦੇ ਨਾਲ ਗਿਣਤੀ ਦੇ 40 ਸਿੱਖ, ਉਹ ਵੀ ਕਈ ਦਿਨਾਂ ਤੋਂ ਭੁੱਖਣ ਭਾਣੇ ਠੰਡ ਦੀਆਂ ਰਾਤਾਂ ਵਿੱਚ ਬੇਆਰਾਮੀ ਦੀ ਹਾਲਤ ਵਿੱਚ ਇੱਥੇ ਬੁੱਧੀ ਚੰਦ ਦੀ ਹਵੇਲੀ ਵਿੱਚ ਨੇ। 22 ਤਰੀਕ ਨੂੰ ਇਸ ਗੜੀ ਨੂੰ ਘੇਰਾ ਪੈ ਗਿਆ। ਸਤਿਗੁਰੂ ਜੀ ਨੇ ਬੜੀ ਵਿਉਂਤ ਦੇ ਨਾਲ 5-5 ਜਾਂ 8-8 ਸਿੰਘਾਂ ਦੇ ਜਥੇ ਨੂੰ ਬਾਹਰ ਭੇਜਣਾ ਆਰੰਭ ਕੀਤਾ। ਇਸ ਤਰ੍ਹਾਂ ਕਰਦਿਆਂ ਕਰਦਿਆਂ ਸ਼ਾਮ ਪੈ ਗਈ। ਕਿੰਨੇ ਜਥੇ ਸ਼ਹੀਦ ਹੋ ਗਏ। ਬਾਬਾ ਅਜੀਤ ਸਿੰਘ ਨੇ ਹੱਥ ਬੰਨ੍ਹ ਕੇ ਬੇਨਤੀ ਕੀਤੀ, ਸਤਿਗੁਰੂ ਹੁਣ ਮੈਨੂੰ ਭੇਜੋ। ਸਤਿਗੁਰੂ ਜੀ ਨੇ ਨਾਲ 5 ਸਿੰਘਾਂ ਦਾ ਜਥਾ ਬਾਬਾ ਅਜੀਤ ਸਿੰਘ ਦੀ ਅਗਵਾਈ ਹੇਠ ਮੈਦਾਨੇ ਜੰਗ ਵਿੱਚ ਭੇਜਿਆ। ਆਖਰ ਉਹ ਵਕਤ ਆ ਗਿਆ ਜਦੋਂ ਬਾਬਾ ਅਜੀਤ ਸਿੰਘ ਆਪਣੇ ਸਿੰਘ ਸਾਥੀਆਂ ਦੇ ਨਾਲ ਇਹ 10 ਲੱਖ ਫੌਜ ਦਾ ਮੁਕਾਬਲਾ ਕਰਦੇ ਕਰਦੇ ਆਖਰ ਸ਼ਹੀਦ ਹੋ ਗਏ। ਬਾਬਾ ਜੁਝਾਰ ਸਿੰਘ ਦੀ ਵਾਰੀ ਆਈ। ਉਹਨਾਂ ਦੇ ਨਾਲ ਵੀ 5 ਸਿੰਘ ਮੈਦਾਨ ਵਿੱਚ ਭੇਜੇ ਗਏ। ਸ਼ਾਮ ਪੈ ਚੁੱਕੀ ਸੀ ਤੇ ਸ਼ਾਮ ਦੇ ਵਕਤ ਜਦੋਂ ਸੂਰਜ ਛਿਪ ਰਿਹਾ ਸੀ, ਉਸ ਵਕਤ ਬਾਬਾ ਜੁਝਾਰ ਸਿੰਘ ਮੈਦਾਨ ਦੇ ਅੰਦਰ ਸ਼ਹੀਦ ਹੋਏ। ਸੋ ਅਸੀਂ 2 ਚੀਜ਼ਾਂ ਵੇਖਦੇ ਹਾਂ। ਅਸੀਂ ਇਹਨਾਂ ਸ਼ਹੀਦਾਂ ਨੂੰ ਇੱਕ ਤੇ ਸੂਰਮਿਆਂ ਦਾ ਨਾਂ ਦਿੰਦੇ ਹਾਂ ਤੇ ਇੱਕ ਸ਼ਹੀਦਾਂ ਦਾ ਨਾਂ ਦਿੰਦੇ ਹਾਂ। ਇਤਿਹਾਸ ਵਿੱਚ ਇਸ ਤਰ੍ਹਾਂ ਵਿਚਾਰ ਲਿਖੀ ਮਿਲਦੀ ਏ ਕਿ ਕਿਸੇ ਮਨੁੱਖ ਨੂੰ ਸੂਰਮਾ ਉਦੋਂ ਆਖਿਆ ਜਾਂਦਾ ਹੈ ਜਦੋਂ ਉਹ ਕਿਸੇ ਵੱਡੀ ਮੁਹਿੰਮ ਦਾ ਟਾਕਰਾ ਦਿਲ ਲਗਾ ਕੇ ਕਰਦਾ ਹੈ, ਪੂਰੀ ਸ਼ਕਤੀ ਲਗਾ ਕੇ ਕਰਦਾ, ਚਾਹੇ ਉਹ ਅਧਿਆਤਮਿਕ ਪਹਿਲੂ ਤੋਂ ਹੋਵੇ ਤੇ ਚਾਹੇ ਉਹ ਸੰਸਾਰਕ ਪਹਿਲੂ ਤੋਂ ਹੋਵੇ। ਜਿਹੜੇ ਲੋਕ ਆਪਣੇ ਅੰਦਰਲੇ 5 ਵਿਕਾਰਾਂ ਦਾ ਡਟ ਕੇ ਮੁਕਾਬਲਾ ਕਰਦੇ ਨੇ, ਉਹਨਾਂ ਨੂੰ ਹਰਾ ਕੇ ਉਹਨਾਂ ਉੱਤੇ ਜੇਤੂ ਹੁੰਦੇ ਨੇ ਤੇ ਆਪਣੀ ਮੰਜ਼ਿਲ ਤੇ ਪਹੁੰਚਦੇ ਨੇ, ਉਹਨਾਂ ਨੂੰ ਵੀ ਗੁਰਬਾਣੀ ਵਿੱਚ ਸੂਰਮੇ ਹੀ ਆਖਿਆ ਜਾਂਦਾ ਹੈ। ਜਿਹੜੇ ਸੂਰਮੇ ਮੈਦਾਨੇ ਜੰਗ ਵਿੱਚ ਧਰਮ ਵਾਸਤੇ, ਸੱਚ ਵਾਸਤੇ, ਗਰੀਬਾਂ ਤੇ ਮਜ਼ਲੂਮਾਂ ਦੀ ਬਾਂਹ ਫੜ ਕੇ ਉਹਨਾਂ ਦੀ ਸਹਾਇਤਾ ਤੇ ਰੱਖਿਆ ਕਰਨ ਵਾਸਤੇ ਜੰਗ ਵਿੱਚ ਜੂਝਦੇ ਨੇ, ਉਹਨਾਂ ਨੂੰ ਵੀ ਸੂਰਮੇ ਆਖਿਆ ਜਾਂਦਾ ਹੈ। ਪਰ ਜਦੋਂ ਉਹ ਜੰਗ ਵਿੱਚ ਜੂਝਦੇ ਹੋਏ ਆਪਣਾ ਅੰਤਿਮ ਸਵਾਸ ਪੂਰਾ ਕਰ ਜਾਂਦੇ ਨੇ, ਉਦੋਂ ਉਹਨਾਂ ਹੀ ਸੂਰਮਿਆਂ ਨੂੰ ਸ਼ਹੀਦ ਆਖਿਆ ਜਾਂਦਾ ਹੈ। ਸ਼ਹੀਦ ਸ਼ਾਂਤੀ ਵਿੱਚ ਵੀ ਹੁੰਦਾ ਹੈ ਤੇ ਸ਼ਹੀਦ ਮੈਦਾਨੇ ਜੰਗ ਵਿੱਚ ਜੂਝਦਾ ਹੋਇਆ ਵੀ ਹੁੰਦਾ ਹੈ। ਮਿਸਾਲ ਦੇ ਤੌਰ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸ਼ਾਂਤ ਚਿੱਤ ਸ਼ਹੀਦ ਹੋਏ ਨੇ, ਚੌਂਕੜਾ ਲਗਾ ਕੇ ਬੈਠੇ ਨੇ, ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਭਾਵੇਂ ਪਹਿਲਾਂ ਤਸੀਹੇ ਬਹੁਤ ਦਿੱਤੇ ਗਏ ਨੇ, ਪਰ ਜਦੋਂ ਸ਼ਹੀਦ ਕੀਤਾ ਗਿਆ ਉਦੋਂ ਸ਼ਾਂਤ ਚਿੱਤ ਬੈਠੇ ਸਨ। ਮਿਸਾਲ ਦੇ ਤੌਰ ਤੇ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਨੂੰ ਬੜੇ ਤਸੀਹੇ ਦਿੱਤੇ ਗਏ, ਉਹਨਾਂ ਨੇ ਅੱਗੋਂ ਕੋਈ ਉਜ਼ਰ ਨਹੀਂ ਕੀਤਾ, ਸ਼ਾਂਤੀ ਵਿੱਚ ਬੈਠ ਕੇ ਤਸੀਹੇ ਝੱਲਦੇ ਰਹੇ ਤੇ ਆਖਰ ਪ੍ਰਾਣ ਤਿਆਗ ਦਿੱਤੇ। ਉਹ ਵੀ ਸ਼ਹੀਦ ਨੇ। ਸੋ ਮੈਦਾਨੇ ਜੰਗ ਵਿੱਚ ਜੂਝ ਕੇ ਮਰਨਾ, ਸਰੀਰ ਤਿਆਗਣਾ, ਜਾਂ ਜ਼ਾਲਮਾਂ ਦੇ ਸ਼ਾਂਤ ਚਿੱਤ ਰਹਿ ਕੇ ਤਸੀਹੇ ਝੱਲਦਿਆਂ ਹੋਇਆਂ ਪ੍ਰਾਣ ਤਿਆਗਣੇ, ਇਹ 2 ਤਰ੍ਹਾਂ ਦੇ ਸ਼ਹੀਦ ਮੰਨੇ ਜਾਂਦੇ ਨੇ।
ਸੋ ਇੱਥੇ ਜਦੋਂ ਹੁਣ ਛੋਟੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ ਦੀ ਸ਼ਹਾਦਤ ਹੋਈ, ਸੂਰਜ ਛਿਪ ਗਿਆ ਸੀ ਤੇ ਜੰਗ ਦੀ ਸਮਾਪਤੀ ਹੋ ਗਈ ਸੀ, ਚੰਦਰਮਾ ਨਿਕਲ ਆਇਆ ਸੀ। ਇਸ ਰਾਤ ਦੇ ਅੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੁਝ ਬਚਨ ਕੀਤੇ ਨੇ ਸਿੰਘਾਂ ਦੇ ਨਾਲ, ਅਤੇ ਕੁਝ ਬਚਨ ਨੇ ਉਹਨਾਂ ਦੇ ਜਿਹੜੇ ਉਹ ਜ਼ੁਲਮ ਕਰਨ ਵਾਲੇ, ਜਿਨ੍ਹਾਂ ਨੇ ਝੂਠੀਆਂ ਕਸਮਾਂ ਚੁੱਕ ਕੇ ਆਨੰਦਪੁਰ ਦਾ ਕਿਲਾ ਛਡਵਾਇਆ ਸੀ ਤੇ ਫਿਰ ਆਪਣੀਆਂ ਕਸਮਾਂ ਉੱਤੇ ਉਹਨਾਂ ਨੇ ਕਦਮ ਨਹੀਂ ਰੱਖਿਆ, ਸਗੋਂ ਕਸਮਾਂ ਤੋੜ ਦਿੱਤੀਆਂ ਤੇ ਗੁਰੂ ਸਾਹਿਬ ਦੇ ਉੱਤੇ ਹਮਲਾ ਕਰ ਦਿੱਤਾ। ਕੁਝ ਬਚਨ ਉਹਨਾਂ ਲਈ ਗੁਰੂ ਜੀ ਨੇ ਆਖੇ ਤੇ ਕੁਝ ਬਚਨ ਸਿੱਖਾਂ ਨੂੰ ਸਮਝਾਉਣ ਲਈ ਉਹਨਾਂ ਦੇ ਨਾਲ ਕੀਤੇ। ਅਸੀਂ ਉਹਨਾਂ ਬਚਨਾਂ ਨੂੰ ਪੜ੍ਹਾਂਗੇ। ਸਤਿਗੁਰੂ ਜੀ ਨੇ ਜਿਹੜੇ ਕਸਮਾਂ ਚੁੱਕ ਕੇ ਮੁੱਕਰ ਗਏ ਸਨ ਤੇ ਗੁਰੂ ਤੇ ਹਮਲਾ ਕਰ ਦਿੱਤਾ ਸੀ, ਉਹਨਾਂ ਦੇ ਸੰਬੰਧ ਵਿੱਚ ਇਹ ਗੱਲ ਆਖੀ, ਕਸਮ ਉਠਾ ਕੇ ਫਿਰ ਜਾਣਾ, ਦੀਨ ਦੁਨੀ ਤੋਂ ਜਾਣਾ ਹੈ। ਜਿਹੜਾ ਮਨੁੱਖ ਕਸਮ ਉਠਾ ਕੇ ਮੁੱਕਰ ਜਾਏ, ਉਹ ਦੋਜ਼ਖ ਦੀ ਅੱਗ ਵਿੱਚ ਸੜਦਾ ਹੈ। ਜੋ ਕਿਸੇ ਦੀ ਉਠਾਈ ਹੋਈ ਕਸਮ ਤੇ ਯਕੀਨ ਰੱਖਦਾ ਹੈ, ਉਹ ਉੱਚਾ ਹੁੰਦਾ ਹੈ। ਕੁਰਾਨ ਦੀ ਕਸਮ ਨੂੰ ਤੋੜਨ ਵਾਲਾ ਦੋਜ਼ਖ ਦੀ ਅੱਗ ਵਿੱਚ ਹੀ ਪਵੇਗਾ। ਅਜਮੇਰ ਚੰਦ ਨੂੰ ਸੰਬੋਧਨ ਕਰਦਿਆਂ ਸਤਿਗੁਰੂ ਜੀ ਨੇ ਆਖਿਆ, ਤੈਨੂੰ ਆਰਾਮ ਕਦੇ ਨਹੀਂ ਮਿਲੇਗਾ, ਪਰ ਸਾਡਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ। ਇਹੋ ਜਿਹੇ ਚੜ੍ਹਦੀ ਕਲਾ ਵਾਲੇ ਬਚਨ ਗੁਰੂ ਸਾਹਿਬ ਨੇ ਇਸ ਚਮਕੌਰ ਦੀ ਗੜੀ ਵਿੱਚ ਕੀਤੇ। ਇਹ ਬਚਨ ਕੇਵਲ ਉਹਨਾਂ ਲੋਕਾਂ ਲਈ ਨਹੀਂ, ਸਗੋਂ ਮਹਾਂਪੁਰਸ਼ਾਂ ਦਾ ਜੋ ਉਪਦੇਸ਼ ਹੁੰਦਾ ਹੈ ਉਹ ਚੌਂ ਵਰਨਾਂ ਕੋ ਸਾਂਝਾ ਹੁੰਦਾ ਹੈ। ਇਹ ਉਪਦੇਸ਼ ਸਾਡੇ ਸਾਰਿਆਂ ਲਈ ਹੈ। ਕਸਮ ਚੁੱਕਣਾ ਜਾਂ ਪ੍ਰਣ ਕਰਨਾ, ਕਿਸੇ ਦੇ ਨਾਲ ਵਾਅਦਾ ਕਰਨਾ, ਵਾਅਦਾ ਕਰਕੇ ਤੋੜ ਦੇਣਾ, ਪ੍ਰਣ ਕਰਕੇ ਨਿਭਾਉਣਾ ਨਾ, ਤੇ ਗੁਰੂ ਜੀ ਦੇ ਦੱਸੇ ਮੁਤਾਬਕ ਪ੍ਰਣ ਕਰਕੇ ਵਾਅਦਾ ਕਰਕੇ ਨਾ ਨਿਭਾਉਣ ਵਾਲਾ ਮਨੁੱਖ, ਉਸ ਦਾ ਕਦੇ ਭਲਾ ਨਹੀਂ ਹੁੰਦਾ, ਉਹ ਦੋਜ਼ਖ ਦੀ ਅੱਗ ਵਿੱਚ ਹੀ ਸੜਦਾ ਹੈ। ਦੂਜੇ ਪਾਸੇ ਸਿੰਘਾਂ ਦੇ ਨਾਲ ਬਚਨ ਕਰਦਿਆਂ ਹੋਇਆਂ ਸਤਿਗੁਰੂ ਜੀ ਨੇ ਆਖਿਆ, ਸਿੰਘੋ ਸਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ। ਭਾਵੇਂ ਸਾਡੇ ਨਾਲ ਦੇ ਬਹੁਤੇ ਸਿੰਘ ਅੱਜ ਸਵੇਰ ਦੀ ਜੰਗ ਵਿੱਚ ਸ਼ਹੀਦ ਹੋ ਗਏ ਨੇ, ਅਸੀਂ ਥੋੜ੍ਹੇ ਬਚੇ ਹਾਂ 5-7 ਸਿੰਘ। ਅਸੀਂ ਸਵੇਰੇ ਉੱਠਾਂਗੇ, ਨਿਤਨੇਮ ਦੀ ਬਾਣੀ ਦਾ ਪਾਠ ਕਰਾਂਗੇ, ਵਾਹਿਗੁਰੂ ਨੂੰ ਯਾਦ ਕਰਾਂਗੇ ਤੇ ਅਸੀਂ ਵੀ ਮੈਦਾਨੇ ਜੰਗ ਵਿੱਚ ਸ਼ਹੀਦ ਹੋ ਜਾਵਾਂਗੇ। ਘਬਰਾਉਣਾ ਨਹੀਂ। ਸਾਡੇ ਡੁੱਲੇ ਹੋਏ ਖੂਨ ਦੀ ਇੱਕ ਇੱਕ ਬੂੰਦ ਉਹ ਅਜਾਈ ਨਹੀਂ ਜਾਏਗੀ। ਵਾਹਿਗੁਰੂ ਉਸ ਦਾ ਮੁੱਲ ਪਾਏਗਾ। ਇਹ ਜ਼ੁਲਮ ਤੇ ਇਹ ਜ਼ਾਲਮ ਹਿੰਦੁਸਤਾਨ ਵਿੱਚ ਨਹੀਂ ਰਹਿਣਗੇ। ਇਹਨਾਂ ਦੀਆਂ ਜੜ੍ਹਾਂ ਖੋਖਲੀਆਂ ਹੋ ਚੁੱਕੀਆਂ ਨੇ। ਜਿਹੜੇ ਲੋਕ ਗਊ ਆਟੇ ਦੀ ਬਣਾ ਕੇ ਉਹਦੀ ਕਸਮ ਚੁੱਕਦੇ ਨੇ ਕਿ ਸਾਨੂੰ ਸਾਡੀ ਗਊ ਮਾਤਾ ਦੀ ਕਸਮ ਹੈ, ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ। ਜਿਹੜੇ ਲੋਕ ਕੁਰਾਨ, ਪਵਿੱਤਰ ਕੁਰਾਨ ਨੂੰ ਸਾਡੇ ਤੱਕ ਲੈ ਕੇ ਆਉਂਦੇ ਨੇ ਤੇ ਆਖਦੇ ਨੇ ਸਾਨੂੰ ਇਸ ਕੁਰਾਨ ਦੀ ਕਸਮ ਹੈ, ਤੁਸੀਂ ਆਨੰਦਪੁਰ ਛੱਡ ਜਾਓ, ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ। ਜਿਨ੍ਹਾਂ ਲੋਕਾਂ ਨੇ ਇਹ ਕਰਮ ਕਮਾਇਆ, ਉਹਨਾਂ ਨੇ ਚੰਗਾ ਨਹੀਂ ਕੀਤਾ। ਇੱਥੋਂ ਅਸੀਂ ਸਮਝ ਸਕਦੇ ਹਾਂ ਕਿ ਉਹਨਾਂ ਦੀਆਂ ਜੜ੍ਹਾਂ ਖੋਖਲੀਆਂ ਹੋ ਚੁੱਕੀਆਂ ਨੇ। ਉਹ ਹੁਣ ਡਗਮਗਾ ਰਹੇ ਨੇ। ਉਹਨਾਂ ਦਾ ਹੁਣ ਕੋਈ ਟਿਕਾਣਾ ਨਹੀਂ ਰਿਹਾ। ਕਸਮਾਂ ਚੁੱਕ ਕੇ ਜਿਹੜਾ ਬੰਦਾ ਫਿਰ ਜਾਂਦਾ ਹੈ, ਸਮਝੋ ਉਹਦਾ ਮਨ ਤੇ ਉਹਦਾ ਈਮਾਨ ਡੋਲ ਰਿਹਾ ਹੈ। ਸਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੀ ਓਟ ਹੈ। ਅਸੀਂ ਸ਼ਹੀਦੀ ਪ੍ਰਾਪਤ ਕਰਨੀ ਹੈ। ਇਹ ਬਚਨ ਕਰਦਿਆਂ ਕਰਦਿਆਂ ਸਤਿਗੁਰੂ ਜੀ ਨੇ ਆਖਿਆ,
ਹਰ ਇਨਸਾਨ ਨੂੰ, ਖਾਸ ਕਰਕੇ ਗੁਰੂ ਦੇ ਸਿੱਖ ਨੂੰ 4 ਓਟਾਂ ਹੁੰਦੀਆਂ ਹਨ, 4 ਆਸਰੇ ਹੁੰਦੇ ਹਨ। ਨੋਟ ਕਰਨਾ, ਧਿਆਨ ਰੱਖਣਾ, ਇਹ 4 ਆਸਰੇ ਕੀ ਨੇ? ਇੱਕ ਤਾਂ ਗੁਰੂ ਜੀ ਦਾ ਬਚਨ, ਇਹ ਯਾਦ ਰੱਖਣਾ ਅੱਜ ਦੇ ਦਿਨ ਆਪਾਂ ਕਿ ਕਿਸੇ ਨਾਲ ਵਾਅਦਾ ਕਰਕੇ ਉਸ ਨੂੰ ਧੋਖਾ ਨਹੀਂ ਦੇਣਾ। 4 ਓਟਾਂ, 4 ਆਸਰੇ ਕਿਹੜੇ ਨੇ? ਪਹਿਲੀ ਓਟ ਹੈ ਅਕਾਲ ਪੁਰਖ ਦੀ, ਵਾਹਿਗੁਰੂ ਪਰਮੇਸ਼ਵਰ ਦੀ। ਦੂਜੀ ਓਟ ਹੈ ਸਤਿਗੁਰੂ ਦੀ। ਅਕਾਲ ਪੁਰਖ ਦਾ ਆਸਰਾ ਤੱਕਣਾ ਹਰ ਮੁਹਿੰਮ ਵਿੱਚ, ਹਰ ਵਕਤ, ਹਰ ਲੋੜ ਪੈਣ ਤੇ, ਹਰ ਮੁਸੀਬਤ ਵਿੱਚ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਆਉਣਾ। ਪਰ ਵਾਹਿਗੁਰੂ ਜੀ ਸਰੀਰਧਾਰੀ ਨਹੀਂ ਹਨ। ਕਈ ਵਾਰੀ ਸਾਡਾ ਈਮਾਨ ਜਾਂ ਸਾਡਾ ਮਨ ਡੋਲ ਜਾਂਦਾ ਹੈ ਕਿ ਪਤਾ ਨਹੀਂ ਵਾਹਿਗੁਰੂ ਸਾਡੀ ਅਰਦਾਸ ਸੁਣ ਵੀ ਰਿਹਾ ਹੈ ਕਿ ਨਹੀਂ, ਪਤਾ ਨਹੀਂ ਉਹ ਮੇਰੀ ਸਹਾਇਤਾ ਕਰੇਗਾ ਵੀ ਕਿ ਨਹੀਂ, ਕਿਉਂਕਿ ਕੋਈ ਸਾਹਮਣੇ ਕੁਝ ਵੀ ਨਹੀਂ। ਸਾਡਾ ਮਨ ਡੋਲ ਸਕਦਾ ਹੈ। ਫਿਰ ਦੂਸਰਾ ਸਹਾਰਾ ਲੈਣਾ ਸਤਿਗੁਰੂ ਦਾ। ਸਤਿਗੁਰੂ ਸਾਡੇ ਸ਼ਬਦ ਗੁਰੂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਆ ਕੇ ਅਰਦਾਸ ਕਰਨੀ, ਇਹ ਸਤਿਗੁਰੂ ਦਾ ਸਹਾਰਾ ਲੈਣਾ ਹੈ। ਸਤਿਗੁਰੂ ਜੀ ਦੀ ਬਾਣੀ ਦਾ ਪਾਠ ਕਰਨਾ, ਉਹਦੇ ਵਿੱਚੋਂ ਵਿਚਾਰਧਾਰਾ ਨੂੰ ਸਮਝਣਾ ਤੇ ਜੀਵਨ ਵਿੱਚ ਅਪਣਾਉਣਾ, ਸਤਿਗੁਰੂ ਜੀ ਦਾ ਸਹਾਰਾ ਲੈਣਾ ਹੈ। ਤੀਸਰੀ ਓਟ ਹੈ ਸਾਧ ਸੰਗਤ ਦੀ। ਕੋਈ ਵੀ ਜ਼ਰੂਰਤ ਪਵੇ, ਕੋਈ ਮੁਸ਼ਕਿਲ, ਕੋਈ ਮੁਸੀਬਤ, ਕੋਈ ਸੁੱਖ, ਕੋਈ ਦੁੱਖ ਦਾ ਸਮਾਂ ਆਵੇ ਤੇ ਸਾਨੂੰ ਸਾਧ ਸੰਗਤ ਕਰਨੀ ਚਾਹੀਦੀ ਹੈ। ਸਾਧ ਸੰਗਤ ਦਾ ਸਹਾਰਾ ਲੈਣਾ ਚਾਹੀਦਾ ਹੈ। ਪਰ ਜਦੋਂ ਇਹ 3 ਸਹਾਰੇ ਸਾਨੂੰ ਕਿਸੇ ਕਾਰਨ ਨਾ ਮਿਲਦੇ ਹੋਣ ਤੇ ਫਿਰ ਗੁਰੂ ਜੀ ਨੇ ਆਖਿਆ ਆਪਣੇ ਆਪ ਦੀ ਓਟ ਲੈਣੀ। ਆਪਣੇ ਆਪ ਦੀ ਓਟ ਲੈਣ ਤੋਂ ਮਤਲਬ ਸੀ ਮਨ ਨਾ ਡੁਲਾਉਣਾ ਤੇ ਤਕੜਿਆਂ ਹੋ ਕੇ ਮੁਸੀਬਤ ਦਾ ਡਟ ਕੇ ਸਾਹਮਣਾ ਕਰਨਾ, ਭਾਵੇਂ ਸ਼ਹੀਦੀ ਹੋ ਜਾਏ। ਇਹ ਹੈ ਆਪਣੇ ਆਪ ਦੀ ਓਟ ਲੈਣਾ। ਸੋ ਗੁਰੂ ਕਲਗੀਧਰ ਪਾਤਸ਼ਾਹ ਨੇ ਇਹ ਬਚਨ ਸਾਡੇ ਨਾਲ, ਸਾਡੇ ਸਭਨਾਂ ਦੇ ਨਾਲ ਚਮਕੌਰ ਦੀ ਗੜੀ ਵਿੱਚ ਕੀਤੇ, ਜਿਹੜੇ ਸਾਨੂੰ ਹਮੇਸ਼ਾ ਧਿਆਨ ਵਿੱਚ ਰੱਖਣੇ ਚਾਹੀਦੇ ਨੇ। ਇੱਥੋਂ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੀਆਂ ਤੇ ਬਹੁਤ ਸਾਰੇ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ। ਦਿਨ ਨਿਕਲਣ ਤੋਂ ਪਹਿਲਾਂ ਪਿਆਰੇ ਦਇਆ ਸਿੰਘ, ਪਿਆਰੇ ਧਰਮ ਸਿੰਘ, ਉਹਨਾਂ ਵਿੱਚ ਇੱਕ ਭਾਈ ਮਾਨ ਸਿੰਘ ਨੇ, ਭਾਈ ਸੰਗਤ ਸਿੰਘ ਨੇ ਤੇ 2-3 ਸਿੰਘ ਹੋਰ ਨੇ। ਉਹਨਾਂ ਨੇ ਇੱਕ ਮਤਾ ਪਕਾਇਆ। ਮਤਾ ਇਹ ਪਕਾਇਆ ਕਿ ਗੁਰੂ ਕਲਗੀਧਰ ਪਾਤਸ਼ਾਹ ਨੂੰ ਇਹ ਗੜੀ ਛੱਡ ਕੇ ਚਲੇ ਜਾਣਾ ਚਾਹੀਦਾ ਹੈ, ਕਿਉਂਕਿ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਸੁਣ ਚੁੱਕੇ ਨੇ ਕਿ ਅਸੀਂ ਸਵੇਰ ਹੋਏਗੀ ਨਿਤਨੇਮ ਕਰਕੇ, ਵਾਹਿਗੁਰੂ ਨੂੰ ਯਾਦ ਕਰਕੇ ਮੈਦਾਨੇ ਜੰਗ ਵਿੱਚ ਜਾ ਕੇ ਸ਼ਹੀਦੀ ਪ੍ਰਾਪਤ ਕਰਨੀ ਹੈ। ਉਹਨਾਂ ਸਿੰਘਾਂ ਦੇ ਮਨ ਵਿੱਚ ਇਹ ਵਿਚਾਰ ਆਈਏ ਕਿ ਜੇ ਸਾਡੇ ਜਿਹੇ ਹਜ਼ਾਰਾਂ ਲੱਖਾਂ ਸਿੰਘ ਬਚੇ ਵੀ ਰਹਿਣ ਚਮਕੌਰ ਦੀ ਗੜੀ ਤੋਂ ਬਾਹਰ, ਤੇ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਇੱਥੇ ਸ਼ਹੀਦ ਹੋ ਜਾਂਦੇ ਨੇ, ਸਾਡੇ ਲੱਖਾਂ ਸਿੰਘਾਂ ਤੋਂ ਇੱਕ ਗੁਰੂ ਗੋਬਿੰਦ ਸਿੰਘ ਵਰਗਾ ਪੈਦਾ ਨਹੀਂ ਕੀਤਾ ਜਾਏਗਾ। ਪਰ ਜੇ ਅਸੀਂ ਲੱਖਾਂ ਸਿੰਘ ਵੀ ਸ਼ਹੀਦ ਹੋ ਜਾਈਏ, ਗੁਰੂ ਗੋਬਿੰਦ ਸਿੰਘ ਇਕੱਲੇ ਬਚੇ ਰਹਿ ਜਾਣ ਤੇ ਸਾਡੇ ਵਰਗੇ ਲੱਖਾਂ ਸਿੰਘ ਉਹ ਫਿਰ ਪੈਦਾ ਕਰ ਲੈਣਗੇ। ਇਸ ਲਈ ਪੰਥ ਨੂੰ, ਕੌਮ ਨੂੰ ਅੱਜ ਜ਼ਰੂਰਤ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਗੜੀ ਨੂੰ ਛੱਡ ਕੇ ਚਲੇ ਜਾਣ। ਆਖਰ ਉਹਨਾਂ ਨੇ ਆਪਣੀ ਸਲਾਹ ਗੁਰੂ ਸਾਹਿਬ ਜੀ ਨੂੰ ਆਖੀ। ਕੁਝ ਵਿਦਵਾਨ ਐਸਾ ਵੀ ਲਿਖ ਦਿੰਦੇ ਨੇ ਕਿ ਉਹਨਾਂ ਨੇ ਗੁਰੂ ਜੀ ਨੂੰ ਖਾਲਸਾ ਪੰਥ ਦੇ ਰੂਪ ਵਿੱਚ ਇੱਕ ਹੁਕਮ ਸੁਣਾ ਦਿੱਤਾ। ਇਸ ਤਰ੍ਹਾਂ ਵੀ ਗੱਲ ਮੰਨਣ ਵਿੱਚ ਆ ਸਕਦੀ ਏ, ਤੇ ਜੇ ਉਹਨਾਂ ਨੂੰ ਆਖੀਏ ਸਲਾਹ ਦਿੱਤੀ ਗਈ ਤੇ ਇਸ ਤਰ੍ਹਾਂ ਵੀ ਗੱਲ ਮੰਨਣ ਵਿੱਚ ਆ ਸਕਦੀ ਏ। ਸੋ ਗੁਰੂ ਕਲਗੀਧਰ ਪਾਤਸ਼ਾਹ ਨੇ ਉਹਨਾਂ ਦੀ ਸਲਾਹ ਜਾਂ ਉਹਨਾਂ ਦੇ ਹੁਕਮ ਨੂੰ ਸੁਣ ਕੇ ਇੱਕ ਗੱਲ ਕੀਤੀ, ਭਈ ਠੀਕ ਹੈ, ਮੈਂ ਤੁਹਾਡੇ ਬਚਨ ਨੂੰ ਸਿਰ ਮੱਥੇ ਤੇ ਮੰਨਦਾ। ਮੈਂ ਖਾਲਸਾ ਪੰਥ ਦਾ ਬਚਨ ਆਪਣੇ
ਸਿਰ ਮੱਥੇ ਤੇ ਪ੍ਰਵਾਨ ਕਰਦਾ ਹਾਂ, ਪਰ ਇੱਕ ਮੇਰਾ ਬਚਨ ਤੁਸੀਂ ਵੀ ਪ੍ਰਵਾਨ ਕਰ ਲੈਣਾ। ਆਪ ਜੀ ਦਾ ਕੀ ਬਚਨ ਨੇ? ਸਤਿਗੁਰੂ ਜੀ ਨੇ ਆਖਿਆ, ਮੈਂ ਚੁੱਪ ਚਪੀਤੇ ਗੜੀ ਛੱਡ ਕੇ ਨਹੀਂ ਜਾਵਾਂਗਾ, ਮੈਂ ਉੱਚੀ ਆਵਾਜ਼ ਦੇ ਕੇ ਜਾਵਾਂਗਾ। ਦੁਨੀਆ ਦੇ ਲੋਕ ਜਾਂ ਕੱਲ ਨੂੰ ਦੁਨੀਆ ਦਾ ਇਤਿਹਾਸ ਇਹ ਨਾ ਆਖੇ ਕਿ ਗੁਰੂ ਗੋਬਿੰਦ ਸਿੰਘ ਰਾਤ ਦੇ ਹਨੇਰੇ ਦਾ ਲਾਭ ਉਠਾ ਕੇ ਗੜੀ ਛੱਡ ਕੇ ਨਿਕਲ ਗਏ। ਮੈਂ ਉੱਚੀ ਆਵਾਜ਼ ਦਿਆਂਗਾ, ਮੈਂ ਨਗਾਰਾ ਵਜਾਵਾਂਗਾ, ਮੈਂ ਰਣ ਸਿੰਘਾ ਵਜਾਵਾਂਗਾ। ਉੱਚੀ ਆਵਾਜ਼ ਦੇ ਕੇ ਆਖਾਂਗਾ ਕਿ ਗੁਰੂ ਗੋਬਿੰਦ ਸਿੰਘ ਗੜੀ ਛੱਡ ਕੇ ਚੱਲਿਆ, ਕਿਸੇ ਦੀ ਹਿੰਮਤ ਤੇ ਆ ਕੇ ਫੜ ਲਵੇ। ਉਹਨਾਂ ਨੇ ਇਸ ਬਚਨ ਨੂੰ ਪ੍ਰਵਾਨ ਕੀਤਾ। ਗੁਰੂ ਸਾਹਿਬ ਨੇ ਅੱਧੀ ਰਾਤ ਤੋਂ ਬਾਅਦ ਆਪ ਆਂਦੇ ਨੇ ਨਰਸਿੰਘਾ ਵਜਾਇਆ, ਨਗਾਰੇ ਤੇ ਚੋਟ ਲੱਗੀ ਤੇ ਉੱਚੀ ਆਵਾਜ਼ ਵਿੱਚ ਗੁਰੂ ਸਾਹਿਬ ਨੇ ਉਹੀ ਬਚਨ ਦੁਹਰਾਏ ਜੋ ਉਹਨਾਂ ਨੇ ਆਖੇ ਸਨ। ਉਹਨਾਂ ਫੌਜਾਂ ਵਿੱਚ ਜਿਹੜੇ ਜਰਵਾਣੇ ਘੇਰਾ ਪਾ ਕੇ ਬੈਠੇ ਸਨ, ਉਹਨਾਂ ਵਿੱਚ ਹਫੜਾ ਦਫੜੀ ਮਚ ਗਈ। ਉਹਨਾਂ ਨੂੰ ਇਉਂ ਲੱਗਾ ਕਿ ਗੜੀ ਦੇ ਵਿੱਚੋਂ ਸਾਡੇ ਤੇ ਹਮਲਾ ਹੋ ਗਿਆ। ਉਸ ਭਰਮ ਭੁਲੇਖੇ ਵਿੱਚ ਤੇ ਹਨੇਰੇ ਵਿੱਚ ਆਖਦੇ ਨੇ ਕਿ ਬਹੁਤ ਸਾਰਾ ਫੌਜਾਂ ਦਾ ਆਪਸੀ ਵਿੱਚ ਵੱਢ ਕੱਟ ਕੇ ਨੁਕਸਾਨ ਹੋਇਆ। ਗੁਰੂ ਗੋਬਿੰਦ ਸਿੰਘ ਸਾਹਿਬ ਵੱਲ ਨੂੰ ਜੇ ਵਧਣ ਦੀ ਕੋਸ਼ਿਸ਼ ਕੀਤੀ ਗਈ ਤੇ ਗੁਰੂ ਸਾਹਿਬ ਨੇ ਇੱਕ ਐਸਾ ਤੀਰ ਮਾਰਿਆ ਜਿਹੜਾ ਮਿਸਾਲ ਸੀ ਉਹ ਵੀ ਡਿੱਗਾ ਤੇ ਉਹਨਾਂ ਦੀ ਮਿਸਾਲ ਵੀ ਬੁੱਝ ਗਈ। ਤੇ ਗੁਰੂ ਸਾਹਿਬ ਟਿੱਬੀ ਸਾਹਿਬ ਵਾਲੀ ਥਾਂ ਤੇ ਖਲੋ ਕੇ ਬੜੇ ਠਰਮੇ ਦੇ ਨਾਲ ਇਹ ਗੱਲ ਆਖ ਕੇ ਕਿ ਗੁਰੂ ਗੋਬਿੰਦ ਸਿੰਘ ਗੜੀ ਛੱਡ ਕੇ ਚੱਲਿਆ, ਕਿਸੇ ਦੀ ਹਿੰਮਤ ਤੇ ਫੜ ਲਵੇ। ਆਪ ਜੀ ਉੱਥੋਂ ਚਲੇ ਗਏ ਮਾਛੀਵਾੜੇ ਵਾਲੇ ਪਾਸੇ ਨੂੰ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੂੰ ਇਹ ਦੱਸ ਕੇ ਗਏ ਸਨ ਕਿ ਇਸ ਤਾਰੇ ਦੀ ਸੇਧ ਨੂੰ ਮੈਂ ਜਾਵਾਂਗਾ, ਜੇ ਤੁਸੀਂ ਮੇਰੇ ਨਾਲ ਰਹਿ ਸਕੇ ਤਾਂ ਵੀ ਠੀਕ, ਜੇ ਵਿਛੜ ਗਏ ਤੇ ਇਸ ਪਾਸੇ ਨੂੰ ਤੁਸੀਂ ਵੀ ਆ ਜਾਣਾ। ਸੋ ਸਤਿਗੁਰੂ ਗੜੀ ਛੱਡ ਕੇ ਚਲੇ ਗਏ, ਪਰ ਜਾਣ ਤੋਂ ਪਹਿਲਾਂ ਉਹ ਆਪਣੀ ਜਗ੍ਹਾ, ਆਪਣਾ ਬਾਣਾ, ਆਪਣੀ ਦਸਤਾਰ ਭਾਈ ਸੰਗਤ ਸਿੰਘ ਦੇ ਸੀਸ ਤੇ ਸਜਾ ਕੇ ਗਏ ਸਨ। ਤੇ ਉਸ ਨੂੰ ਗੁਰੂ ਜੀ ਨੇ ਆਦੇਸ਼ ਕੀਤਾ ਸੀ ਕਿ ਦਿਨ ਚੜ੍ਹਦੇ ਤੱਕ ਤੁਸੀਂ ਇਸ ਮਮਟੀ ਤੇ ਬਾਹਰ ਬੈਠੇ ਰਹਿਣਾ ਤਾਂ ਕਿ ਇਹ ਭੁਲੇਖਾ ਬਣਿਆ ਰਹੇ। ਦਿਨ ਨਿਕਲਿਆ, ਜਦੋਂ ਇਹਨਾਂ 5-7 ਸਿੰਘਾਂ ਨੇ ਇੱਕਦਮ ਗੜੀ ਦੇ ਦਰਵਾਜ਼ੇ ਖੋਲ ਕੇ ਬਾਹਰ ਨਿਕਲ ਕੇ ਜਿਨ੍ਹਾਂ ਲੋਕਾਂ ਨੇ ਘੇਰਾ ਪਾਇਆ ਸੀ ਉਸ ਘੇਰੇ ਵਿੱਚ ਜਾ ਵੜੇ। ਫੌਜਾਂ ਨੂੰ ਬਹੁਤ ਦੇਰ ਤੱਕ ਭੁਲੇਖਾ ਬਣਿਆ ਰਿਹਾ ਕਿ ਇਹਨਾਂ ਸਿੰਘਾਂ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਹਨ, ਕਿਉਂਕਿ ਉਹਨਾਂ ਦਾ ਬਾਣਾ ਸੰਗਤ ਸਿੰਘ ਨੇ ਪਹਿਨਿਆ ਹੋਇਆ ਸੀ। ਬਸ ਫਿਰ ਕੀ ਸੀ, ਆਖਰ ਇਹ ਸਿੰਘ ਵੀ ਸ਼ਹੀਦ ਹੋਏ ਤੇ ਉਹਨਾਂ ਨੇ ਸੋਚਿਆ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਹੈ। ਇੱਥੇ ਹੁਣ ਦੋ ਚੀਜ਼ਾਂ ਅਸੀਂ ਧਿਆਨ ਵਿੱਚ ਰੱਖਣੀਆਂ ਨੇ। ਇੱਕ ਤਾਂ ਗੁਰੂ ਜੀ ਦੇ ਜਿਹੜੇ ਬਚਨ ਸਨ ਅਸੀਂ ਉਹ ਧਿਆਨ ਵਿੱਚ ਰੱਖਣੇ ਨੇ, ਤੇ ਦੂਜਾ ਦੋ ਚੀਜ਼ਾਂ ਹੋਰ ਧਿਆਨ ਵਿੱਚ ਇਹ ਰੱਖਣੀਆਂ ਨੇ ਕਿ ਖਾਲਸੇ ਪੰਥ ਦਾ ਹੁਕਮ ਜਾਂ ਖਾਲਸੇ ਪੰਥ ਦੀ ਸਲਾਹ ਉਸ ਨੂੰ ਗੁਰੂ ਗੋਬਿੰਦ ਸਿੰਘ ਵੀ ਪ੍ਰਵਾਨ ਕਰਦੇ ਨੇ। ਪਹਿਲੀ ਗੱਲ, ਅੱਜ ਸਾਨੂੰ ਇਹ ਵੀ ਨਹੀਂ ਨਜ਼ਰ ਆ ਰਿਹਾ ਕਿ ਖਾਲਸਾ ਪੰਥ ਹੈ ਕਿੱਥੇ ਆ। ਮਨ ਮਰਜ਼ੀ ਦੇ ਅਸੀਂ ਖਾਲਸੇ ਪੰਥ ਬਣਾ ਲਏ ਨੇ, ਮਨ ਮਰਜ਼ੀ ਦੇ ਸਾਡੇ ਸਰਬੱਤ ਖਾਲਸੇ ਨੇ, ਮਨ ਮਰਜ਼ੀ ਦੀਆਂ ਸਾਡੀਆਂ ਵਿਚਾਰਧਾਰਾਵਾਂ ਨੇ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਛੱਡ ਕੇ, ਖਾਲਸਾ ਪੰਥ ਨੂੰ ਛੱਡ ਕੇ ਆਪ ਮੁਹਾਰੇ ਜਿੱਧਰ ਨੂੰ ਸਾਡਾ ਜੀ ਕਰਦਾ ਅਸੀਂ ਤੁਰੇ ਜਾ ਰਹੇ ਹਾਂ। ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਗੁਰੂ ਕਲਗੀਧਰ ਪਾਤਸ਼ਾਹ ਨੇ ਇੱਕ ਖਾਲਸਾ ਪੰਥ ਸਿਰਜਿਆ ਸੀ, ਬਹੁਤੇ ਨਹੀਂ ਸਨ ਸਿਰਜੇ। ਅੱਜ ਅਸੀਂ ਬਹੁਤ ਸਾਰੇ ਜਥਿਆਂ ਵਿੱਚ ਵੰਡੇ ਜਾ ਚੁੱਕੇ ਹਾਂ। ਸਾਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਕਿ ਅਸੀਂ ਉਹ ਜਥੇਬੰਦੀਆਂ ਖਤਮ ਕਰਕੇ ਇੱਕ ਖਾਲਸੇ ਪੰਥ ਦੇ ਰੂਪ ਵਿੱਚ ਇਕੱਠੇ ਹੋ ਕੇ ਸਰਬੱਤ ਖਾਲਸਾ
ਜੋ ਗੁਰੂ ਸਾਹਿਬ ਨੇ ਜਿਸ ਦੀ ਸਿਰਜਣਾ ਕੀਤੀ ਉਸ ਨੂੰ ਉਸੇ ਤਰ੍ਹਾਂ ਹੀ ਬਰਕਰਾਰ ਰਹਿਣ ਦਈਏ, ਅਸੀਂ ਵੱਖ-ਵੱਖ ਧੜੇਬੰਦੀਆਂ ਨਾ ਬਣਾਈਏ। ਦੂਸਰੀ ਗੱਲ, ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣਾ ਸਭ ਕੁਝ ਤੁਹਾਨੂੰ ਸੌਂਪ ਦਿੱਤਾ। ਇਹ ਵੀ ਗੱਲ ਚੇਤੇ ਰੱਖਣੀ ਚਾਹੀਦੀ ਏ ਕਿ ਇਹੋ ਜਿਹਾ ਗੁਰੂ ਦੁਨੀਆ ਦੇ ਕਿਸੇ ਕੋਨੇ ਤੇ ਤੁਹਾਨੂੰ ਨਹੀਂ ਮਿਲੇਗਾ, ਜਿਹੜਾ ਆਪਣਾ ਸਭ ਕੁਝ ਸਰਬੰਸ ਵੀ ਤੁਹਾਡੇ ਤੋਂ ਕੁਰਬਾਨ ਕਰ ਦੇਵੇ ਤੇ ਇੱਥੋਂ ਤੱਕ ਗੜੀ ਛੱਡਣ ਤੋਂ ਪਹਿਲਾਂ ਉਹ ਤੁਹਾਨੂੰ ਆਪਣਾ ਬਾਣਾ ਤੇ ਆਪਣੀ ਦਸਤਾਰ ਵੀ ਉਤਾਰ ਕੇ ਦੇ ਦੇਵੇ ਤੇ ਖਾਲੀ ਹੱਥ ਗੜੀ ਛੱਡ ਕੇ ਚਲਾ ਜਾਏ। ਅਸੀਂ ਕਿੰਨੇ ਭਰਮਾਂ ਭੁਲੇਖਿਆਂ ਵਿੱਚ ਪੈ ਗਏ ਹਾਂ। ਨਾ ਸਾਨੂੰ ਗੁਰੂ ਤੇ ਵਿਸ਼ਵਾਸ ਰਿਹਾ, ਨਾ ਸਾਨੂੰ ਗੁਰੂ ਤੇ ਅਕੀਦਾ ਰਿਹਾ, ਔਰ ਨਾ ਹੀ ਸਾਨੂੰ ਗੁਰੂ ਦੀ ਪਹਿਚਾਨ ਰਹੀ। ਇਹ ਸਾਰੀਆਂ ਚੀਜ਼ਾਂ ਸਮਝਣ ਗੋਚਰੀਆਂ ਨੇ। ਇਹਨਾਂ ਨੂੰ ਸਮਝ ਕੇ ਜ਼ਿੰਦਗੀ ਵਿੱਚ ਅਪਣਾਈਏ ਤਾਂ ਹੀ ਸਾਡੇ ਜੀਵਨ ਦਾ ਕੁਝ ਭਲਾ ਹੋ ਸਕੇਗਾ। ਚਮਕੌਰ ਦੀ ਗੜੀ ਨੂੰ ਅਸੀਂ ਹੁਣ ਇੱਕ ਪਾਸੇ ਰੱਖ ਕੇ ਦੂਜੇ ਪਾਸੇ ਨੂੰ ਤੁਰਾਂਗੇ, ਜਿੱਥੋਂ ਹੁਣ ਮਾਤਾ ਜੀ ਇਹ ਜਿਹੜੀ ਜਗ੍ਹਾ ਏ, ਪਿੰਡ ਖੇੜੀ ਆਖਦੇ ਨੇ, ਸਹੇੜੀ ਆਖਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਨੂੰ ਉਖੇੜੀ ਆਖਿਆ ਸੀ, ਕਿਉਂਕਿ ਬੰਦਾ ਸਿੰਘ ਬਹਾਦਰ ਨੇ ਉੱਥੇ ਆ ਕੇ ਵੀ ਕਾਫੀ ਹਮਲਾ ਕਰਕੇ ਉਹਨਾਂ ਜ਼ਾਲਮਾਂ ਨੂੰ ਉਹਨਾਂ ਦੇ ਕੀਤੇ ਦਾ ਫਲ ਭੁਗਤਾਇਆ ਸੀ ਤੇ ਪਿੰਡ ਦਾ ਨਾਂ ਉਖੇੜੀ ਰੱਖ ਦਿੱਤਾ ਸੀ। ਅੱਜ ਕੱਲ੍ਹ ਬਹੁਤ ਉਸ ਨੂੰ ਸਿੱਖ ਖੇੜੀ ਨਾਲ ਹੀ ਯਾਦ ਕਰਦੇ ਨੇ। ਸੋ ਇੱਥੇ ਮਾਤਾ ਜੀ ਹੁਣ ਗੰਗੂ ਬ੍ਰਾਹਮਣ ਦੇ ਘਰ ਵਿੱਚ ਨੇ। ਇੱਥੋਂ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਕਿਸ ਤਰ੍ਹਾਂ ਜਾਨੀ ਖਾਂ ਤੇ ਮਾਨੀ ਖਾਂ ਦੀ ਹਿਰਾਸਤ ਵਿੱਚ ਮੋਰਿੰਡੇ ਪਹੁੰਚੇ ਤੇ ਫਿਰ ਫਤਿਹਗੜ੍ਹ ਸਰਹੰਦ ਪਹੁੰਚੇ, ਉਹ ਕੀ ਭਾਣਾ ਵਾਪਰਿਆ, ਇਸ ਨੂੰ ਆਪਾਂ ਅਗਲੀ ਕਥਾ ਵਿੱਚ ਯਾਨੀ ਸ਼ੁੱਕਰਵਾਰ ਵਾਲੇ ਦਿਨ ਸਮਝਣ ਦੀ ਕੋਸ਼ਿਸ਼ ਕਰਾਂਗੇ। ਮੇਰਾ ਵਿਚਾਰ ਤੇ ਸੀ ਕਿ ਅੱਜ ਅਸੀਂ ਇਹ ਦੋਵੇਂ ਸਾਕੇ ਸਮਝ ਸਕਾਂਗੇ, ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਉਹ ਆਪਣੀ ਚਾਲ ਚੱਲਦਾ ਹੀ ਰਹਿੰਦਾ ਹੈ, ਉਹਨੂੰ ਚੱਲਣਾ ਹੀ ਚਾਹੀਦਾ ਹੈ। ਸਾਨੂੰ ਹੀ ਉਹਦੇ ਮੁਤਾਬਕ ਸਭ ਕੁਝ ਸਮਝਣਾ ਚਾਹੀਦਾ ਹੈ। ਅੱਜ ਸਮਾਂ ਹੈ, ਅਸੀਂ ਵੀ ਕੁਝ ਸਮਝੀਏ। ਸਮਾਂ ਆਪਣੀ ਚਾਲ ਚੱਲ ਰਿਹਾ ਹੈ, ਅਸੀਂ ਸਾਰੇ ਵੀ ਆਪਣੀ ਚਾਲ ਚੱਲ ਰਹੇ ਹਾਂ, ਪਰ ਇੱਕ ਗੱਲ ਚੇਤੇ ਰੱਖਣ ਵਾਲੀ ਹੈ ਕਿ ਅਸੀਂ ਉਲਟ ਦਿਸ਼ਾ ਵਿੱਚ ਚੱਲ ਰਹੇ ਹਾਂ। ਅਸੀਂ ਆਪਣੀ ਦਿਸ਼ਾ ਬਦਲਣੀ ਹੈ ਤੇ ਦਿਸ਼ਾ ਬਦਲਣੀ ਕਿਸੇ ਹੋਰ ਪਾਸੇ ਨੂੰ ਨਹੀਂ, ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੇ ਪਾਸੇ ਨੂੰ। ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣੀ ਦਿਸ਼ਾ ਤਬਦੀਲ ਕਰਕੇ ਇੱਧਰ ਨੂੰ ਮੁੜ ਜਾਵਾਂਗੇ ਤੇ ਜਿਹੜੇ ਅੱਜ ਵਿਵਾਦ ਹੋਰ ਗ੍ਰੰਥਾਂ ਦੇ ਖੜੇ ਹੋਏ ਨੇ ਸਿੱਖੀ ਦੇ ਅੰਦਰ, ਉਹ ਸਾਰੇ ਸਹਿਜ ਸੁਭਾਈ ਖਤਮ ਹੋ ਜਾਣਗੇ। ਕਿਸੇ ਨੂੰ ਕੁਝ ਨਹੀਂ ਆਖਣਾ ਪਏਗਾ। ਤੁਸੀਂ ਸਿਰਫ ਆਪਣੀ ਚੱਲ ਰਹੇ ਸਮੇਂ ਦੇ ਮੁਤਾਬਕ ਚੱਲਦੇ ਚੱਲੋ, ਪਰ ਦਿਸ਼ਾ ਤਬਦੀਲ ਕਰ ਲਵੋ। ਦਿਸ਼ਾ ਤਬਦੀਲ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਵੱਲ ਕਰੋ ਤੇ ਬਸ ਸਾਰੇ ਝਗੜੇ ਬਖੇੜੇ ਮੁੱਕ ਜਾਣਗੇ। ਸਾਡਾ ਗੁਰੂ ਇੱਕ ਹੈ, ਸਾਡੇ ਗੁਰੂ ਦੀ ਬਾਣੀ ਇੱਕ ਹੈ, ਸਾਡੇ ਧਰਮ ਦੇ ਮਾਤਾ ਪਿਤਾ ਇੱਕ ਨੇ, ਸਾਡੀ ਆਨੰਦਪੁਰ ਦੀ ਵਾਸੀ ਇੱਕ ਹੈ, ਸਾਡਾ ਇਸ਼ਟ ਤੇ ਸਾਡੀ ਉਪਾਸਨਾ ਇੱਕ ਹੈ, ਸਾਡੀ ਬੋਲੀ ਤੇ ਸਾਡਾ ਬਾਣਾ ਇੱਕ ਹੈ। ਫਿਰ ਅਸੀਂ ਵੰਡੀਆਂ ਕਿਸ ਖੁਸ਼ੀ ਵਿੱਚ ਪਾ ਕੇ ਬੈਠੇ ਹਾਂ। ਇਹ ਗੱਲਾਂ ਸਮਝਣ ਵਾਲੀਆਂ ਨੇ, ਇਹਨਾਂ ਉੱਤੇ ਆਪਾਂ ਧਿਆਨ ਦਈਏ ਤੇ ਬਸ ਫਿਰ ਇੱਥੋਂ ਹੀ ਆਪਾਂ ਅਗਲੀ ਗੱਲ ਸ਼ੁੱਕਰਵਾਰ ਵਾਲੇ ਦਿਨ ਪ੍ਰਾਰੰਭ ਕਰਕੇ ਇਸ ਸਾਕਾ ਸਰਹੰਦ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਵਾਸਤੇ ਉਹਨਾਂ ਬਜ਼ੁਰਗਾਂ, ਉਹਨਾਂ ਮਹਾਂਪੁਰਸ਼ਾਂ ਨੇ ਕੀ ਪੂਰਨੇ ਪਾਏ ਨੇ, ਕੀ ਅਸੀਂ ਉਹਨਾਂ ਪੂਰਨਿਆਂ ਤੇ ਚੱਲ ਰਹੇ ਹਾਂ ਜਾਂ ਉਹਨਾਂ ਤੋਂ ਉਲਟ ਦਿਸ਼ਾ ਵਿੱਚ ਜਾ ਰਹੇ ਹਾਂ। ਅੱਜ ਇੰਨੇ ਕੁ ਬਚਨ ਪ੍ਰਵਾਨ ਕਰਨਾ ਜੀ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ